ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਸੀ। ਬਠਿੰਡੇ ਖੜੇ ਆ ਪਰਲ ਸਿਟੀ, ਜਿਹੜਾ ਕਿ 200-250 ਕਿੱਲਾ 250-300 ਵੀ ਹੋ ਸਕਦਾ, 250-300 ਕਿੱਲਾ ਐਵੇਂ ਜਿਵੇਂ ਪਿਆ ਗਾ, ਜਿਹਦਾ ਕੋਈ ਰਾਜਾ ਬਾਬੂ ਨਹੀਂ। ਪਰਲ ਕੰਪਨੀ ਨੇ ਲੋਕਾਂ ਤੋਂ ਪੈਸੇ ਲਏ, ਜਿਹੜੇ ਟਾਈਮ ਤੇ ਬੈਂਕਾਂ 10 ਸਾਲਾਂ ਦੇ ਵਿੱਚ ਦੁੱਗਣੇ ਪੈਸੇ ਕਰਦੀਆਂ ਸੀ, ਉਸ ਟਾਈਮ ਤੇ ਪਰਲ ਕੰਪਨੀ 6 ਸਾਲਾਂ ਦੇ ਵਿੱਚ ਪੈਸੇ ਦੁੱਗਣੇ ਕਰਕੇ ਦੇ ਦਿੰਦੀ ਸੀ ਲੋਕਾਂ ਨੂੰ। ਦਿੱਤੇ ਵੀ, ਲੋਕਾਂ 'ਚ ਵਿਸ਼ਵਾਸ ਬਣਾਇਆ ਤੇ ਆ 250-300 ਕਿੱਲਾ ਪ੍ਰੋਪਰਟੀ ਲੋਕਾਂ ਦੇ ਪੈਸਿਆਂ ਨਾਲ ਖਰੀਦੀ। ਉਸ ਤੋਂ ਬਾਅਦ ਘਪਲਾ ਹੋ ਗਿਆ। ਜਿਹੜਾ ਮਾਲਕ ਹੈ ਨਿਰਮਲ ਸਿੰਘ ਭੰਗੂ, ਹੁਣ ਇਸ ਟਾਈਮ ਜੇਲ੍ਹ ਦੇ ਵਿੱਚ ਹੈ ਜੀ। ਇਸ ਦਾ ਕੋਈ ਰਾਜਾ ਬਾਬੂ ਨਹੀਂ। ਲੋਕਾਂ ਦਾ ਪੈਸਾ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ। ਸੜਕਾਂ, ਇੱਕ ਕਲੋਨੀ ਬਣ ਚੁੱਕੀ ਸੀ, ਸੜਕਾਂ ਨਿਕਲ ਚੁੱਕੀਆਂ ਸੀਗੀਆਂ, ਸੜਕਾਂ ਨਿਕਲ ਚੁੱਕੀ। ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਵੀ ਆਪਾਂ ਪਰਲ ਸਿਟੀ ਬਣ ਰਹੀ ਹੈ, ਇੱਥੇ ਪਲਾਟ ਲਈਏ, ਪਰ ਘਪਲਾ ਹੋ ਗਿਆ। ਲੋਕਾਂ ਦਾ ਪੈਸਾ, ਲੇਡੀਜ਼ ਦਾ ਉਹ ਪੈਸਾ, ਜਿਹੜੀ ਕੋਈ ਤਾਣੀ ਬੁਣਦੀ ਸੀ, ਕੋਈ ਗੋਹਾ ਕੂੜਾ ਸਿੱਟਦੀ ਸੀ, ਕੋਈ ਦੁੱਧ ਪਾਉਂਦੀ ਸੀ, ਫੇਰ ਕਿਸ਼ਤ ਭਰਦੀ ਸੀ ਵੀ ਮੇਰੇ ਪੈਸੇ ਇਕੱਠੇ ਹੋ ਜਾਣਗੇ ਪਰਲ ਕੰਪਨੀ ਦੇ ਵਿੱਚ। ਬੜੇ ਲੋਕਾਂ ਨੇ, ਕੋਈ ਮੁਲਾਜ਼ਮ ਰਿਟਾਇਰ ਹੋ ਕੇ ਆਇਆ, 30-35 ਲੱਖ ਰੁਪਇਆ ਪਰਲ ਦੇ ਕੰਪਨੀ ਦੇ ਵਿੱਚ ਲਾਇਆ। ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਹੋਇਆ ਸੀ। ਪਰ ਹੁਣ ਤੁਹਾਨੂੰ ਅੱਗੇ ਅਸੀਂ ਸਾਰਾ ਕੁਝ ਦਿਖਾਵਾਂਗੇ। 250-300 ਕਿੱਲਾ ਆਹ ਦੇਖੋ ਕਿਵੇਂ ਦਰਖਤ, ਜਿੱਥੇ ਕੋਈ ਰਾਜਾ ਬਾਬੂ ਨਹੀਂ ਕੋਈ। ਹੁਣ ਗੌਰਮੈਂਟ ਨੂੰ ਚਾਹੀਦਾ, ਪਹਿਲਾਂ ਇਹਨਾਂ ਨੇ ਜਦੋਂ ਪੈਸਾ ਲੈਤਾ ਸੀ ਇਹ ਕਹਿ ਕੇ ਲੈਤਾ ਸੀ ਵੀ ਜੇ ਕੋਈ ਸਾਨੂੰ ਜਿਵੇਂ 5 ਲੱਖ ਦੇਊ, 5 ਲੱਖ ਦੇ ਮੁੱਲ ਦਾ ਅਸੀਂ ਟੁਕੜਾ ਉਹਨੂੰ ਦੇਵਾਂਗੇ, ਜ਼ਮੀਨ ਦਾ, ਜਾਇਦਾਦ ਦਾ, ਪਲਾਟ ਦਾ। ਪਰ ਹੁਣ ਇਹਨਾਂ ਨੇ ਬੜਾ ਪੈਸਾ ਇਕੱਠਾ ਕਰਿਆ। ਸੇਬੀ ਹੋਰ ਬੜੀਆਂ ਫਾਈਲਾਂ ਦਿਖਾਉਂਦੇ ਹੁੰਦੇ ਸੀ ਏਜੰਟ। ਹੁਣ ਲੋਕਾਂ ਦਾ ਪੈਸਾ ਬਲੌਕ ਹੋ ਗਿਆ, ਪਰਲ ਕੰਪਨੀ ਦੇ ਖਾਤੇ ਵੀ ਬਲੌਕ ਹੋ ਗਏ। ਤੁਹਾਨੂੰ ਅਸੀਂ 250-300 ਕਿੱਲੇ ਵਿੱਚ ਸੜਕਾਂ ਨਿਕਲੇ ਹੋਏ ਸਾਰਾ ਦਿਖਾਵਾਂਗੇ। ਆਜੋ ਅੱਗੇ ਚੱਲਦੇ ਹਾਂ। ਆਹ ਦੇਖੋ ਜੀ, ਲਿਖਿਆ ਹੋਇਆ ਸਟਾਪ। ਇੱਕ ਵਾਰੀ ਇੱਥੇ ਸਾਰੇ ਸਿਕਿਉਰਿਟੀ ਗਾਰਡ ਸੀ, ਸਭ ਕੁਝ ਸੀ। ਆਹ ਤੁਸੀਂ ਬਿਲਡਿੰਗ ਦੇਖ ਸਕਦੇ ਹੋ, ਜਿਹੜੀ 2.5-3 ਕਰੋੜ ਰੁਪਏ ਨਾਲ ਬਿਲਡਿੰਗ ਤਿਆਰ ਹੋਣੀ ਸੀ, ਮਹਿਲ ਨੂਮਾ। ਜਿਹੜਾ ਇਹਨਾਂ ਨੇ ਮੁੱਖ ਪਰਲ ਕੰਪਨੀ ਦਾ ਇਸ ਕਲੋਨੀ ਦਾ ਹੈੱਡ ਆਫਿਸ ਬਣਾਉਣਾ ਸੀਗਾ। ਪਰ ਕੀ ਹੋਇਆ ਕਿ ਸੁਖਬੀਰ ਬਾਦਲ ਨੇ ਕੱਪ ਕਰਾਉਣੇ ਸ਼ੁਰੂ ਕਰਤੇ, ਪਰਲ ਤੋਂ ਪੈਸਾ ਲੈਣਾ ਸ਼ੁਰੂ ਕਰਤਾ। ਉਦੋਂ ਤੋਂ ਹੀ ਪਰਲ ਦੇ ਮਾੜੇ ਦਿਨ ਚੱਲ ਪਏ। ਇਸ 250-300 ਕਿੱਲੇ ਦਾ ਇਸ ਟਾਈਮ ਕੋਈ ਰਾਜਾ ਬਾਬੂ ਨਹੀਂ। ਹਾਲਾਂਕਿ ਸਰਕਾਰ ਨੂੰ ਚਾਹੀਦਾ ਲੋਕਾਂ ਦਾ ਪੈਸਾ, ਲੋਕਾਂ ਨੂੰ ਜਿਹੜੀਆਂ ਇਹਨਾਂ ਨੇ ਪਾਲਿਸੀਆਂ ਦਿੱਤੀਆਂ ਹੋਈਆਂ, ਲੋਕਾਂ ਕੋਲੇ ਪ੍ਰੂਫ ਆ, ਉਹ ਲੈ ਕੇ ਲੋਕਾਂ ਦਾ ਪੈਸਾ ਲੋਕਾਂ ਨੂੰ ਦਿੱਤਾ ਜਾਵੇ। ਬੜੇ ਗਰੀਬ ਲੋਕਾਂ ਨੇ ਪੈਸਾ ਇਕੱਠਾ ਕਰਨ ਦੇ ਮਾਰਿਆਂ ਨੇ, ਕੋਈ ਵਿਚਾਰੀ ਜਿਵੇਂ ਪਹਿਲਾਂ ਕਹਿ ਕੇ ਹਟਿਆ, ਕੋਈ ਦਿਹਾੜੀ ਕਰਦੀ ਸੀ ਔਰਤ, ਕੋਈ ਬੰਦਾ ਦਿਹਾੜੀ ਕਰਦਾ ਸੀ, ਕੋਈ ਹੋਰ ਨਿੱਕਾ ਮੋਟਾ ਕੰਮ ਕਰਦਾ ਸੀ, ਪੈਸੇ ਭਰਦਾ ਸੀ, ਯਕੀਨ ਬਣਿਆ ਹੋਇਆ ਸੀ ਮੇਰੇ ਪੈਸੇ ਮਿਲ ਜਾਣਗੇ, ਇੰਨਾ ਵਿਆਜ ਮਿਲ ਜੂ, ਜਾਂ ਕੋਈ ਕਿਸੇ ਨੇ ਲੱਖ ਰੁਪਏ ਦਿੱਤਾ, ਮੈਨੂੰ ਇੰਨੇ ਟਾਈਮ ਨੂੰ ਦੁੱਗਣਾ ਮਿਲ ਜੂ, ਜਿਵੇਂ 10 ਕਿਹੜੇ ਪਹਿਲਾਂ ਦਿੱਤਾ ਵੀ। ਆਹ ਦੇਖੋ ਇੱਧਰ ਵੀ ਇਹਨਾਂ ਦਾ ਆਫਿਸ ਬਣਿਆ। ਹੁਣ ਇਹ ਬਿਲਕੁਲ ਖੰਡਰ ਬਣ ਚੁੱਕਿਆ, ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ। ਠੀਕ ਹੈ ਜੀ, ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਬਿਲਕੁਲ। ਤੇ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਉਣੇ ਆ। ਸਾਰੀਆਂ ਸੜਕਾਂ ਬਣ ਗਈਆਂ ਸੀ। 250-300 ਕਿੱਲੇ ਦਾ, ਜੇ ਇੱਥੇ 1 ਕਰੋੜ ਰੁਪਈਆ ਕਿੱਲੇ ਦਾ ਆਰਾਮ ਨਾਲ ਰੇਟ ਹੈ। 250-300 ਕਰੋੜ ਰੁਪਈਆ ਆਮ ਲੋਕਾਂ ਦਾ ਪਰਲ ਨੇ ਕੋਲੋਂ ਨਹੀਂ ਲਾਇਆ, ਲੋਕਾਂ ਦਾ ਪੈਸਾ ਇਨਵੈਸਟ ਕੀਤਾ ਸੀਗਾ। ਲੋਕਾਂ ਦਾ ਪਲੱਜ ਪਿਆ, ਖਾਤੇ ਬਲੌਕ ਪਏ ਨੇ। ਉਹ ਬੰਦਾ ਬੈਂਕ ਦੇ ਬੰਦਾ ਜੇਲ੍ਹ ਦੇ ਵਿੱਚ ਹੈ, ਨਿਰਮਲ ਭੰਗੂ। ਪਰ ਇੱਥੇ ਲੋਕਾਂ ਦਾ ਕੀ ਕਸੂਰ ਹੈ ਜੀ? ਗੌਰਮੈਂਟ ਨੂੰ ਚਾਹੀਦਾ, ਜਦੋਂ ਗੌਰਮੈਂਟ ਲਾਇਸੈਂਸ ਦਿੰਦੀ ਹੈ, ਉਹਨਾਂ ਦਾ ਸਾਰਾ ਕੁਝ ਦੇਖਦੀ ਆ ਵੀ ਤੁਸੀਂ ਪੈਸੇ ਵਾਪਸ ਕਰੋਗੇ ਕਿਵੇਂ, ਸਾਰੀ ਪਾਲਿਸੀ ਫੇਰ ਹੀ ਸੇਬੀ ਹੋਰ ਮੈਨੂੰ ਹੈ ਨਾ, ਇਹ ਚੀਜ਼ਾਂ ਸਾਰੀਆਂ ਵਿੱਚ ਇਨਵੋਲਵ ਹੁੰਦੀਆਂ ਨੇ। ਆਓ ਸਾਹਮਣੇ ਦੇਖੋ, ਤੁਸੀਂ ਦੇਖ ਸਕਦੇ ਹੋ ਵਾਟਰ ਬਾਕਸ ਬਣਿਆ ਹੋਇਆ, ਪੂਰੀ ਕਲੋਨੀ ਬਣਨੀ ਸੀ, ਸਾਰੀਆਂ ਸੜਕਾਂ, ਗਲੀਆਂ, ਗੋਲ ਚੌਂਕ, ਬੜਾ ਕੁਛ। ਤੇ ਪਰ ਹੁਣ ਇੱਥੇ ਕੋਈ ਰਾਜਾ ਬਾਬੂ ਨਹੀਂ। ਆਹ ਦੇਖੋ ਝਾੜ ਮਲੇ ਹੋਏ ਪਏ ਆ ਇੰਨੀ ਮਹਿੰਗੀ ਪ੍ਰਾਪਰਟੀ ਦੇ ਵਿੱਚ। ਲੋਕਾਂ ਦਾ ਪੈਸਾ, ਮੈਂ ਜਿਵੇਂ ਦੱਸ ਕੇ ਲੋਕਾਂ ਨੇ ਪਤਾ ਨਹੀਂ ਕਿਵੇਂ ਕਰਕੇ ਪੈਸਾ ਕੰਪਨੀ ਨੂੰ ਦਿੱਤਾ ਸੀ। ਪਰ ਅਫਸੋਸ, ਸਾਡੀ ਸਰਕਾਰ ਇੰਨੀ ਨਕੰਮੀ। ਲੋਕਾਂ ਦਾ ਪੈਸਾ, ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਵਾਪਸ ਕੀਤਾ ਜਾਵੇ। ਇਹ ਚਾਹੇ ਵੇਚ ਕੇ ਲੋਕਾਂ ਨੂੰ ਵਾਪਸ ਦੇਣ। ਪਰ ਤੁਹਾਨੂੰ ਦਿਖਾਉਣੇ ਅੰਦਰ ਅਸੀਂ ਸੜਕਾਂ, ਸਭ ਕੁਝ ਬਣਿਆ ਹੋਇਆ। ਕਿਵੇਂ ਐਡੀ ਵੱਡੀ ਕਲੋਨੀ, ਜਿਹਨੂੰ ਇੱਕ ਵਾਰੀ ਬਠਿੰਡੇ ਦੇ ਵਿੱਚ ਚਰਚਾ ਸਿੜਪੀ ਸੀ, ਉੱਥੇ ਪਲਾਟ ਲੈਣਾ ਬਹੁਤ ਵੱਡੀ ਗੱਲ ਬਣ ਗਈ ਸੀ। ਪਰ ਹੁਣ ਆਹ ਦੇਖੋ ਤੁਸੀਂ, ਗਿੱਲ ਪੱਤੀ ਦੇ ਬਿਲਕੁਲ ਨਾਲ ਹੈ ਇਹ। ਗਿੱਲ ਪੱਤੀ ਬਠਿੰਡੇ ਤੇ ਗੋਨਿਆਣਾ ਰੋਡ ਦੇ ਉੱਤੇ ਇਹ ਜਿਹੜੀ ਬਣੀ ਹੋਈ ਆ ਕਲੋਨੀ। ਤੁਹਾਨੂੰ ਸਾਰੀ ਐਂਡ ਤੱਕ ਅੱਗੇ ਅਸੀਂ ਕਾਰ ਤੇ ਜਾ ਕੇ ਦਿਖਾਵਾਂਗੇ। ਦੇਖੋ ਕਿਵੇਂ ਇੰਨੀ ਮਹਿੰਗੀ ਪ੍ਰਾਪਰਟੀ ਦੇ ਵਿੱਚ ਝਾੜ ਮਲੇ ਉੱਗੇ ਹੋਏ ਆ। ਜਦੋਂ ਸਰਕਾਰ ਲਾਇਸੈਂਸ ਦਿੰਦੀ ਆ ਕਿਸੇ ਕੰਪਨੀ ਨੂੰ, ਇਹਨੂੰ ਚਿੱਟ ਫੰਡ ਕੰਪਨੀ ਕਹਿ ਸਕਦੇ, ਜਦੋਂ ਲਾਇਸੈਂਸ ਦਿੰਦੀ ਆ ਉਦੋਂ ਹੱਥ ਦੇ ਵਿੱਚ ਇਹਨਾਂ ਦੇ ਇਹ ਵੀ ਪਾਵਰ ਹੁੰਦੀ ਹੈ ਵੀ ਅਸੀਂ ਲੋਕਾਂ ਦਾ ਪੈਸਾ ਤੁਸੀਂ ਨਹੀਂ ਮੋੜੋਗੇ, ਅਸੀਂ ਵਾਪਸ ਕਰਾਂਗੇ। ਆਹ ਦੇਖੋ ਕਿਵੇਂ ਖੰਡਰ ਬਣ ਚੁੱਕਿਆ ਸਾਰਾ ਕੁਝ। ਤੁਹਾਨੂੰ ਸਾਰਾ ਦਿਖਾਵਾਂਗੇ ਅੱਗੇ ਕੀ ਸਿਸਟਮ ਹੈ।
ਦੇਖੋ ਇੰਨੀ ਸੋਹਣੀ ਬਿਲਡਿੰਗ ਤਿਆਰ ਹੋ ਰਹੀ ਸੀ ਸਾਡੇ ਇੱਥੇ, ਲੋਕਾਂ ਦਾ ਕੀ ਹਾਲ ਆ ਦੇਖੋ, ਸਾਰਾ ਭੰਨ ਕੇ ਕੱਚ ਥੱਲੇ ਸਿੱਟਦਾ। ਆਉਣ ਵਾਲੇ ਕੁਝ ਮਹੀਨੇ ਤੱਕ ਤੁਹਾਨੂੰ ਸ਼ਟਰ ਵੀ ਇੱਥੇ ਨਹੀਂ ਦਿਸਣੇ, ਕਿਉਂਕਿ ਤੁਹਾਨੂੰ ਪਤਾ ਹੀ ਜਿਸ ਚੀਜ਼ ਦਾ ਕੋਈ ਰਾਜਾ ਬਾਬੂ ਨਾ ਹੋਵੇ, ਇਮਾਨਦਾਰੀ ਤਾਂ ਸਾਡੇ ਮੁਲਕ ਦੇ ਵਿੱਚ ਭੋਰਾ ਵੀ ਨਹੀਂ ਗੀ। ਪਰ ਹੁਣ ਉਹ ਦੇਖ ਜਿੱਥੋਂ ਤੱਕ ਨਿਗਾਹ ਜਾਂਦੀ ਆ ਜੀ, ਕਰੋੜਾਂ ਰੁਪਈਆਂ ਵਾਲੀ ਜ਼ਮੀਨ ਬੇਕਾਰ ਪਈ ਆ, ਕੋਈ ਰਾਜਾ ਬਾਬੂ ਨਹੀਂ, ਲੋਕਾਂ ਦੇ ਪੈਸੇ ਪਲੱਜ ਪਏ ਨੇ, ਪਤਾ ਨਹੀਂ ਗਰੀਬਾਂ ਨੇ ਕਿਵੇਂ ਭਰੇ, ਕਿਸੇ ਨੇ ਆਪਦੀ, ਲੋਕਾਂ ਨੇ ਪੈਸੇ ਲਾਏ, ਕਿਉਂਕਿ ਵਿਸ਼ਵਾਸ, ਮੈਂ ਬਾਰ-ਬਾਰ ਕਹਿ ਰਿਹਾ, ਵਿਸ਼ਵਾਸ ਬਣਿਆ ਹੋਇਆ ਸੀ ਵੀ ਕੰਪਨੀ ਸਾਨੂੰ ਪੈਸੇ ਵਾਪਸ ਕਰ ਦੂ, ਪਹਿਲਾਂ ਕਰੇ ਵੀ ਸੀ। ਇਹੋ ਜਿਹੀਆਂ ਅਨੇਕਾਂ ਕੰਪਨੀਆਂ ਹੋਰ ਵੀ ਪੈਸੇ ਲੈ ਕੇ ਭੱਜ ਗਈਆਂ, ਪਰ ਇਹਨਾਂ ਦੀ ਪ੍ਰਾਪਰਟੀ ਹੋਰ ਵੀ ਸ਼ਹਿਰਾਂ ਦੇ ਵਿੱਚ ਪਈ ਆ। ਪਰ ਸਰਕਾਰ ਨੂੰ ਚਾਹੀਦਾ ਇੱਥੇ ਵੀ ਲੋਕਾਂ ਦੇ ਪੈਸੇ ਵਾਪਸ ਕਰੇ, ਚਾਹੇ ਇਹਦੇ ਪਲਾਟ ਕੱਟ ਕੇ ਵਿੱਚ ਜੋ ਮਰਜ਼ੀ ਕਰੇ, ਜਿਵੇਂ ਮਰਜ਼ੀ ਕੋਈ ਫੈਸਲਾ ਆਵੇ। ਪਿਛਲੇ ਲੰਮੇ ਸਮੇਂ ਤੋਂ ਫੈਸਲਾ ਲਟਕ ਰਿਹਾ ਹੈ। ਆ ਦੇਖੋ ਜੀ, ਜਦੋਂ ਕੋਈ ਇਹੋ ਜਿਹਾ ਵੱਡਾ ਘਟਾਲਾ ਹੁੰਦਾ ਤਾਂ ਇਸ ਤਰ੍ਹਾਂ ਹੀ ਵੱਡੀਆਂ ਇਮਾਰਤਾਂ ਖੰਡਰ ਬਣ ਕੇ ਰਹਿ ਜਾਂਦੀਆਂ ਨੇ। ਇਹ ਪਹਿਲੀ ਵਾਰ ਨਹੀਂ ਹੋਇਆ, ਹੋਰ ਵੀ ਬੜੀ ਜਗ੍ਹਾ ਤੇ ਹੋਇਆ। ਘੱਟੋ ਘੱਟ 3-350 ਕਰੋੜ ਦਾ ਜਿਹੜਾ ਇਹ ਪ੍ਰੋਪਰਟੀ ਆ, ਬਿਲਕੁਲ ਐ ਪਈ ਆ, ਜਿਹਦਾ ਕੋਈ ਰਾਜਾ ਬਾਬੂ ਨਹੀਂ ਆ। ਆਹ ਦੇਖੋ, ਚੌਂਕ ਚੂੰਕ ਬਣ ਗਏ ਸੀ, ਸਾਰੀਆਂ ਸੜਕਾਂ ਬਣ ਗਈਆਂ ਸੀ, ਪਰ ਕੰਪਨੀ ਭੱਜ ਗਈ, ਕੰਪਨੀ ਦਿਵਾਲਾ ਕੱਢ ਗਈ ਤੇ ਕਿਸੇ ਦਾ ਕੁਝ ਨਹੀਂ ਗਿਆ, ਨਾ ਸਰਕਾਰ ਦਾ ਗਿਆ, ਨਾ ਕੰਪਨੀ ਦਾ ਗਿਆ, ਨਾ ਨਿਰਮਲ ਭੰਗੂ ਦਾ ਗਿਆ ਤਾਂ ਆਮ ਲੋਕਾਂ ਦਾ ਪੈਸਾ ਗਿਆ। ਕੋਈ ਕਿਸ਼ਤਾਂ ਭਰਦਾ ਸੀ, ਕੋਈ ਐਫਡੀਆਂ ਕਰਾਉਂਦਾ ਸੀ, ਕੋਈ ਕੁਛ ਕਰਾਉਂਦਾ ਸੀ, ਪਰ ਕਿਸੇ ਨੂੰ ਕੋਈ ਪੈਸਾ ਵਾਪਸ ਨਹੀਂ ਮਿਲਿਆ। ਸਾਡੇ ਆਪਦੇ ਰਿਸ਼ਤੇਦਾਰਾਂ ਦੇ ਪੈਸੇ ਮੈਂ ਆਪਦੇ ਹੱਥੀਂ ਕਰਵਾਏ ਸੀ। ਜਿਹੜੇ ਏਜੰਟ ਭਰਾਉਂਦੇ ਸੀ, ਹੁਣ ਉਹ ਗੱਲ ਨਹੀਂ ਕਰ ਰਹੇ, ਜਿਹੜੇ ਕਹਿੰਦੇ ਜੀ ਕੰਪਨੀ ਦੀ ਜ਼ਿੰਮੇਵਾਰੀ ਸੀ, ਅਸੀਂ ਤਾਂ ਬਸ ਉਹ ਆਪਦਾ ਕਮਿਸ਼ਨ ਖਾ ਚੁੱਕੇ ਆ। ਜਿਹੜੇ ਪੈਸੇ ਭਰਾਉਂਦੇ ਸੀ, ਲੋਕਾਂ ਨੂੰ ਸੁਪਨੇ ਦਿਖਾਉਂਦੇ ਸੀ, ਇੰਨੇ ਹੋ ਜਾਣਗੇ ਜੀ, ਪਾਲਿਸੀਆਂ ਦਿਖਾਉਂਦੇ ਸੀ, ਫਾਈਲਾਂ ਖੋਲ ਹੁਣ ਉਹ ਗੱਲ ਨਹੀਂ ਕਰ ਰਹੇ, ਉਹ ਫੋਨ ਨਹੀਂ ਚੱਕ ਰਹੇ, ਕਿਉਂਕਿ ਜਦੋਂ ਮੂਹਰੋਂ ਕੰਪਨੀ ਭੱਜ ਗਈ, ਉਹਨਾਂ ਦੇ ਹੱਥ ਵੱਸ ਕੁਛ ਵੀ ਨਹੀਂ ਰਿਹਾ। ਪਰ ਅੱਗੇ ਤੋਂ ਜੇ ਕੋਈ ਇਦਾਂ ਦੀ ਕੰਪਨੀ ਆਉਂਦੀ ਆ, ਬਚਿਆ ਕਰੋ ਪ੍ਰਾਈਵੇਟ ਕੰਪਨੀ ਦੇ ਭਰਾਵੋ। ਲੋਕਾਂ ਨੂੰ ਸੁਪਨੇ ਦਿਖਾਏ ਜਾਂਦੇ, ਜੇ ਤੁਸੀਂ 5 ਲੱਖ ਦਿਓਗੇ ਜੀ, ਤੁਹਾਨੂੰ ਤੁਹਾਡੇ ਜ਼ਮੀਨ ਦਾ ਟੁਕੜਾ ਤੁਹਾਨੂੰ ਲਾਟ ਕਰ ਦਿੱਤਾ ਜਾਊਗਾ ਜੀ, ਆਹ ਹੋ ਜੂ ਬਹੁ ਹੋ ਜੂ। ਬੜੇ ਭੋਲੇ ਲੋਕ ਠੱਗੇ ਗਏ, ਬੜੇ ਚਲਾਕ ਲੋਕ ਜਿਹੜੇ ਮੂਹਰੇ ਲੱਗ ਕੇ ਪੈਸੇ ਭਰਾਉਂਦੇ ਸੀ, ਆਪਦੇ ਬੜੇ ਪੈਸੇ ਬਣਾ ਗਏ। ਆ ਸਾਡੇ ਮੁਲਕ ਦਾ ਹਾਲ ਹੈ ਜੀ, ਆ ਸਾਡੇ ਮੁਲਕ ਦਾ ਹਾਲ ਹੈ। ਕੋਈ ਵੀ ਬੰਦਾ ਜਿਵੇਂ ਮਰਜ਼ੀ ਆਪਦਾ ਸਿਸਟਮ ਬਣਾ ਕੇ ਪੈਸਾ ਇਕੱਠਾ ਕਰ ਸਕਦਾ। ਕਰੋੜਾਂ ਰੁਪਇਆ ਬਣਾ ਕੇ ਨਿਰਮਲ ਭੰਗੂ ਜੇਲ੍ਹ ਦੇ ਵਿੱਚ ਐਸ਼ ਦੀ ਜ਼ਿੰਦਗੀ ਜੀ ਰਿਹਾ, ਤੇ ਆਮ ਲੋਕਾਂ ਦਾ, ਗਰੀਬ ਲੋਕਾਂ ਦਾ, ਮੈਂ ਦੇਖਿਆ ਜਿਹੜੇ ਲੋਕ ਕੂੜਾ ਘਰਾਂ ਦੇ ਵਿੱਚ ਗੋਹਾ ਕੂੜਾ ਸਿੱਟਣ ਵਾਲੇ 100 ਰੁਪਇਆ ਕਿਸ਼ਤ, 120 ਰੁਪਏ ਕਿਸ਼ਤ ਲੇਡੀਜ਼ ਭਰਦੀਆਂ ਸੀ, ਹੋਰ ਬੰਦੇ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਆ ਭੁੱਖ ਤੇ ਕੱਟ ਕੇ ਦੁੱਧ ਵੇਚ ਕੇ ਪੈਸੇ ਭਰਦੇ ਸੀ, ਤੇ ਕੰਪਨੀ ਆ ਛੱਡ ਗਈ ਸਾਰਾ ਕੁਝ। ਗਿਆ ਕਿਸੇ ਦਾ ਕੁਝ ਨਹੀਂ, ਨਾ ਸਰਕਾਰ ਦਾ ਗਿਆ, ਨਾ ਕੰਪਨੀ ਦਾ ਗਿਆ ਤਾਂ ਆਮ ਲੋਕਾਂ ਦਾ ਗਿਆ। ਪਰ ਹੁਣ ਆਮ ਲੋਕਾਂ ਦਾ ਹੱਲ ਵੀ ਹੋਣਾ ਚਾਹੀਦਾ ਹੈ, ਸਾਡੀ ਸਰਕਾਰ ਨੂੰ ਇੰਨਾ ਸੋਚਣਾ ਚਾਹੀਦਾ। ਤੁਹਾਨੂੰ ਅੱਗੇ ਜਾ ਕੇ ਅਸੀਂ ਕਾਰ ਤੇ ਐਂਡ ਤੱਕ ਦਿਖਾਉਣੇ, ਆ ਜਾਓ। ਉਹ ਤੁਸੀਂ ਸਾਹਮਣੇ ਐਂਡ ਵਾਲੀ ਕੰਧ ਦੇਖ ਰਹੇ ਆ, ਇੱਥੋਂ ਘੱਟੋ ਘੱਟ ਕਿਲੋਮੀਟਰ ਮੇਰੇ ਹਿਸਾਬ ਨਾਲ ਦੂਰ ਹੋਊਗੀ। ਇੱਧਰ ਆਸੇ ਪਾਸੇ ਤੁਸੀਂ ਦੇਖ ਰਹੇ ਹੋ, ਕਿੱਥੋਂ ਤੱਕ 250-300 ਕਿੱਲਾ ਜ਼ਮੀਨ ਦਾ ਪਲੱਜ ਪਿਆ ਹੈ। ਆਮ ਲੋਕਾਂ ਦਾ ਪੈਸਾ ਪਲੱਜ ਪਿਆ, ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੈਗੀ। ਕਿਸੇ ਨੇ ਸਾਰੀ ਜ਼ਿੰਦਗੀ ਦੀ ਕਮਾਈ ਇਸ ਕੰਪਨੀ ਨੂੰ ਦੇਤੀ ਸੀਗੀ। ਜਿਵੇਂ ਮੈਂ ਤੁਹਾਨੂੰ ਦੱਸ ਕੇ ਕੋਈ ਰਿਟਾਇਰ ਹੋਇਆ ਬੰਦਾ, ਕੋਈ ਰਿਟਾਇਰ ਹੋਇਆ ਫੌਜੀ, ਮੇਰੀ ਇੱਕ ਨਿਗਾਹ ਦੇ ਵਿੱਚ ਰਿਟਾਇਰ ਹੋਇਆ ਫੌਜੀ, ਜਿੰਨੇ ਪੈਸੇ ਸੀ ਸਾਰੇ ਇਸ ਕੰਪਨੀ ਦੇ ਵਿੱਚ ਉਸ ਬੰਦੇ ਨੇ ਲਾਤੇ, ਆਪਦੀ ਸਾਰੀ ਜ਼ਿੰਦਗੀ ਦੀ ਕਮਾਈ। ਉਹ ਸਾਹਮਣੇ ਐਂਡ ਵਾਲੀ ਕੰਧ ਹੈ, ਇੱਧਰ ਦੇਖੋ ਕਲੋਨੀ ਬਣ ਗਈ ਸੀ, ਲੋਕਾਂ ਨੂੰ ਸੁਪਨੇ ਦਿਖਾ ਦਿੱਤੇ ਗਏ ਸੀ, ਲੋਕ ਪਲਾਟ ਲੈਣ ਲਈ ਭੱਜਣ ਲੱਗ ਗਏ ਸੀ ਵੀ ਆਪਾਂ ਜਲਦੀ ਲੈ ਆਈਏ। ਪਰ ਇੱਕਦਮ ਕੀ ਹੋਇਆ, ਪਰਲ ਕੰਪਨੀ ਰਫੂ ਚੱਕਰ ਹੋ ਗਈ, ਏਜੰਟ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਹੈਗਾ। ਉਹ ਤੁਸੀਂ ਐਂਡ ਵਾਲੀ ਕੰਧ ਦੇਖ ਰਹੇ ਹੋ। ਹੁਣ ਇੱਥੇ ਸਾਡਾ ਦੱਸਣ ਦਾ ਮਤਲਬ ਇਹ ਆ, ਆਉਣ ਵਾਲੇ ਸਮੇਂ 'ਚ ਜੇ ਕੋਈ ਇਦਾਂ ਦੀ ਕੰਪਨੀ ਆਉਂਦੀ ਹੈ ਤਾਂ ਸਾਵਧਾਨ ਰਹੋ ਮੇਰਾ ਵੀਰ, ਐਵੇਂ ਆਪਦੀ ਕਮਾਈ ਨਾਲ ਲਟਾਇਓ। ਇਹ ਆਹ ਹਾਲ ਹੋ ਜਾਂਦਾ ਹੁੰਦਾ, ਜੋ ਹਾਲ ਹੋਇਆ ਪਿਆ ਨਾ, ਇਹ ਕੁਝ ਹੋ ਜਾਂਦਾ ਹੁੰਦਾ, ਘਟਾਲੇ ਹੋ ਜਾਂਦੇ ਹੁੰਦੇ ਨੇ, ਸਾਜ਼ਬਾਜ਼ ਦਿਖਾ ਦਿੱਤੇ ਜਾਂਦੇ ਨੇ। ਪਰ ਸਰਕਾਰ ਹਮੇਸ਼ਾ ਤਕੜੇ ਬੰਦਿਆਂ ਦੇ ਹੱਕ ਦੇ ਵਿੱਚ ਭੁਗਤਦੀ ਹੁੰਦੀ ਆ, ਕਿਉਂਕਿ ਵਰਲਡ ਕੱਪ ਦੇ ਵਿੱਚ ਪਰਲ ਹੀ ਪਈ ਹੁੰਦੀ ਸੀ, ਵਰਲਡ ਕੱਪ ਦੇ ਵਿੱਚ ਪਰਲ ਪਈ ਹੁੰਦੀ, ਕਿਉਂਕਿ ਪਰਲ ਆਪਦਾ ਮੋਟਾ ਪੈਸਾ ਸਰਕਾਰ ਨੂੰ ਦਿੰਦੀ ਸੀ ਤੇ ਆਪਦਾ ਢਮਟਮਾ ਇਹ ਚਲਾਉਂਦੀ ਸੀ। ਉਦੋਂ ਬਾਅਦ ਸਰਕਾਰਾਂ ਬਦਲੀਆਂ, ਬੜਾ ਕੁਝ ਹੋਇਆ। ਨਿਰਮਲ ਭੰਗੂ ਮੈਂ ਬਾਰ-ਬਾਰ ਦੱਸ ਰਿਹਾ, ਜੇਲ੍ਹ ਦੇ ਵਿੱਚ ਚਲਾ ਗਿਆ, ਪਰ ਕੋਈ ਇੱਥੇ ਰਾਜਾ ਬਾਬੂ ਨਹੀਂ, ਕੋਈ ਕਿਸੇ ਦੀ ਸੁਣਵਾਈ ਨਹੀਂ। ਏਜੰਟ ਜਿਨ੍ਹਾਂ ਨੇ ਲੱਖਾਂ ਰੁਪਇਆ ਕਮਾਇਆ, ਹੱਥ ਖੜੇ ਕਰ ਗਏ ਮੇਰੇ ਵੀਰੋ, ਹੱਥ ਖੜੇ ਕਰ ਗਏ। ਆਹ ਹਾਲ ਹੈ
ਹੁਣ ਤੁਹਾਨੂੰ ਸਾਰੇ ਕਿਤੇ ਅਸੀਂ ਜਾ ਕੇ ਨਹੀਂ ਦਿਖਾ ਸਕਦੇ। 250-300 ਕਿੱਲੇ ਦਾ ਤੁਸੀਂ ਤੁਹਾਨੂੰ ਆਪ ਹੀ ਹਿਸਾਬ ਲਾ ਲਓ ਕਿਵੇਂ ਗੇੜਾ ਲੱਗੂ। ਪਰ ਤੁਸੀਂ ਦੇਖ ਰਹੇ ਹੋ ਆਹ ਸਾਰੀਆਂ ਗਲੀਆਂ ਨਕਸ਼ੇ ਸੀਵਰੇਜ ਪੈ ਚੁੱਕਿਆ ਸੀ, ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਸੀਵਰੇਜ ਪੈ ਚੁੱਕਿਆ ਸੀ ਪਰ ਘਟਾਲਾ ਹੋ ਗਿਆ। ਹੋਰ ਅਸੀਂ ਇਦੋਂ ਵੱਧ ਤੁਹਾਨੂੰ ਕੁਝ ਨਹੀਂ ਦਿਖਾ ਸਕਦੇ, ਕੁਝ ਨਹੀਂ ਕਹਿ ਸਕਦੇ। ਬਾਕੀ ਤੁਸੀਂ ਆਪ ਹੀ ਸਮਝ ਲਓ ਅਸੀਂ ਕੀ ਕਹਿਣਾ ਚਾਹੁੰਦੇ ਆ। ਧੰਨਵਾਦ ਜੀ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ।